हाँ जी, ਸਾਇੰਸ ਦੀ ਅੱਜ ਆਪਣੀ 18ਵੀਂ ਕਲਾਸ ਹੈ। ETD ਸੈਕੰਡ ਈਅਰ ਸਾਇੰਸ ਆਪਾਂ ਜੋ ਕਰ ਰਹੇ ਹਾਂ, ਇਸ ਦੀ ਆਪਣੀ ਅੱਜ 18 ਕਲਾਸ ਹੈ। ਇਸ ਤੋਂ ਪਹਿਲਾਂ ਆਪਣੀ 17 ਕਲਾਸਿਸ ਹੋ ਚੁੱਕੀਆਂ ਹਨ, 70 ਵੀਡੀਓਜ਼ ਹੋ ਚੁੱਕੀਆਂ ਹਨ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਜ਼ਰੂਰ ਦੇਖ ਲਓ ਪਹਿਲਾਂ ਜੀ। ਅੱਜ ਦੀ ਕਲਾਸ ਵਿੱਚ ਆਪਾਂ ਇਹ 3rd ਯੂਨਿਟ ਕਰ ਰਹੇ ਹਾਂ। 3rd ਯੂਨਿਟ ਦੀ ਇਹ ਲਾਸਟ ਕਲਾਸ ਹੈ ਜੀ। 3rd ਯੂਨਿਟ ਦੀ ਵੀ ਇਹ ਲਾਸਟ ਕਲਾਸ ਹੈ। ਅਤੇ ਪਿਛਲੀ ਵਾਰ ਜੋ ਪ੍ਰਸ਼ਨ ਆਇਆ ਸੀ 10 ਨੰਬਰ ਦਾ, ਉਹ ਜੋ ਅੱਜ ਆਪਾਂ ਟੋਪਿਕ ਕਰ ਰਹੇ ਹਾਂ ਇਸ ਵਿੱਚ ਹੀ ਆਇਆ ਸੀ। ਸਵੈ ਨਿਰਮਿਤ ਕੀ ਹੁੰਦੇ ਹਨ, ਸਵੈ ਨਿਰਮਿਤ ਉਪਕਰਨ ਕੀ ਹੁੰਦੇ ਹਨ, ਅਤੇ ਵਿਗਿਆਨ ਦੇ ਸਿੱਖਣ ਵਿੱਚ ਕਿਸ ਤਰ੍ਹਾਂ ਸਹਾਈ ਹੁੰਦੇ ਨੇ, ਇਸ ਤਰ੍ਹਾਂ ਦਾ ਕੁਐਸਚਨ ਆਇਆ ਸੀ। ਜਾਂ ਸਵੈ ਨਿਰਮਿਤ ਦਾ ਅਰਥ ਕੀ ਹੈ ਅਤੇ ਇਸ ਦੀ ਮਹੱਤਤਾ ਜਾਂ ਸਹਾਈ, ਇੱਕ ਹੀ ਕੁਐਸਚਨ ਬਣਿਆ ਸੀ ਇਸ ਤਰ੍ਹਾਂ ਦਾ ਹੀ। ਮਹੱਤਤਾ ਜਾਂ ਸਹਾਈ ਕੋਈ ਵੀ ਕੁਐਸਚਨ ਬਣ ਸਕਦਾ, ਜਾਂ ਤਾਂ ਉਸ ਦੀ ਮਹੱਤਤਾ ਪੁੱਛ ਸਕਦੇ ਹਨ, ਸਵੈ ਨਿਰਮਿਤ ਉਪਕਰਨਾਂ ਦੀ ਮਹੱਤਤਾ ਕੀ ਹੈ, ਜਾਂ ਫਿਰ ਇਸ ਤਰ੍ਹਾਂ ਵੀ ਪੁੱਛ ਸਕਦੇ ਹਨ ਕਿ ਸਵੈ ਨਿਰਮਿਤ ਜੋ ਉਪਕਰਨ ਹਨ ਉਹ ਕਿਸ ਤਰ੍ਹਾਂ ਸਹਾਈ ਹੁੰਦੇ ਹਨ ਵਿਗਿਆਨ ਸਿੱਖਣ ਲਈ। ਹਾਂਜੀ, ਅੱਜ ਦਾ ਆਪਣਾ ਇਹ ਟੋਪਿਕ ਹੈ। ਅਤੇ ਇਸ ਤੋਂ ਬਾਅਦ ਆਪਣੀ ਇਹ ਚੌਥੀ ਯੂਨਿਟ ਸ਼ੁਰੂ ਹੋ ਜਾਏਗੀ ਜੋ ਲਾਸਟ ਹੈ ਸਾਇੰਸ ਦੀ। ਅਤੇ ਸਾਇੰਸ ਦਾ ਸਬਜੈਕਟ ਆਪਾਂ ਖ਼ਤਮ ਕਰਕੇ ਫਿਰ ਦੂਸਰੇ ਸਬਜੈਕਟ ਸ਼ੁਰੂ ਕਰਾਂਗੇ ਜੀ। ਹਾਂਜੀ, ਸਵੈ ਨਿਰਮਿਤ ਅਰਥ, ਮਹੱਤਤਾ। ਸਵੈ ਨਿਰਮਿਤ ਦੀਆਂ ਉਦਾਹਰਨਾਵਾਂ ਘੱਟੋ ਘੱਟ 5 ਉਸਾਰੀ ਕਾਰਜ ਧਾਰਨਾਵਾਂ ਜਿਹੜੀਆਂ ਦੱਸ ਸਕਦੇ ਹੋ। ਹਾਂਜੀ, ਇਹ ਟੋਪਿਕ ਹੈ ਜੋ ਆਪਣਾ ਸਵੈ ਨਿਰਮਿਤ ਜਾਂ ਕੰਮ ਚਲਾਊ ਉਪਕਰਨ। ਸਵੈ ਨਿਰਮਿਤ ਆਪਣੇ ਆਪ ਹੀ ਪਤਾ ਲੱਗ ਰਿਹਾ ਜੀ, ਜੋ ਆਪਣੇ ਦੁਆਰਾ ਬਣਾਏ ਗਏ ਹੋਣ, ਜੋ ਕਿਸੇ ਪਹਿਲਾਂ ਪਿੱਛੋਂ ਨਾ ਬਣ ਕੇ ਆਏ ਹੋਣ, ਜਿਨ੍ਹਾਂ ਨੂੰ ਆਪਾਂ ਹੀ ਬਣਾਇਆ ਹੋਵੇ। ਇਹਨਾਂ ਨੂੰ ਕੰਮ ਚਲਾਊ ਉਪਕਰਨ ਵੀ ਕਹਿੰਦੇ ਹਨ, ਜੋ ਸਿਰਫ ਇੱਕ ਥੋੜ੍ਹੇ ਜਿਹੇ ਟਾਈਮ ਲਈ ਬਣਾਏ ਗਏ ਹੋਣ, ਪਰਮਾਨੈਂਟ ਨਾ ਹੋਣ ਜੀ, ਸਿਰਫ ਇੱਕ ਕੰਮ ਚਲਾਊ ਲਈ। ਵਿਗਿਆਨ ਸਿੱਖਿਆ ਦਾ ਇੱਕ ਅਹਿਮ ਉਦੇਸ਼ ਵਿਦਿਆਰਥੀਆਂ ਵਿੱਚ ਵਿਗਿਆਨਿਕ ਵਤੀਰੇ, ਸਾਇੰਟੀਫਿਕ ਐਟੀਟਿਊਡ ਐਂਡ ਵਿਗਿਆਨਿਕ ਵਿਧੀ, ਸਾਇੰਟੀਫਿਕ ਮੈਥਡ ਵਿੱਚ ਮੁਹਾਰਤ ਦਾ ਵਿਕਾਸ ਕਰਨਾ ਹੈ। ਵਿਗਿਆਨ ਅਧਿਆਪਨ ਦੌਰਾਨ ਪ੍ਰਦਰਸ਼ਨ ਅਤੇ ਤਜਰਬਾਕਾਰੀ ਦੁਆਰਾ ਉਪਰੋਕਤ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਡੇ ਦੇਸ਼ ਦੇ ਬਹੁਤ ਸਾਰੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਵਿਗਿਆਨ ਪ੍ਰਯੋਗਸ਼ਾਲਾ ਵਿਗਿਆਨਿਕ ਉਪਕਰਨਾਂ ਦੀ ਉਪਲਬਧਤਾ ਨਹੀਂ ਹੈ। ਇਸ ਸਮੱਸਿਆ ਨੂੰ ਸਵੈ ਨਿਰਮਿਤ ਜਾਂ ਕੰਮ ਚਲਾਊ ਉਪਕਰਨ ਦੁਆਰਾ ਹੱਲ ਕੀਤਾ ਜਾ ਸਕਦਾ ਹੈ। ਹਾਂਜੀ, ਕੀ ਕਹਿੰਦੇ ਇਹ ਵਿਗਿਆਨ ਸਿੱਖਿਆ ਦਾ ਇੱਕ ਅਹਿਮ ਉਦੇਸ਼ ਕੀ ਹੈਗਾ? ਵਿਦਿਆਰਥੀਆਂ ਵਿੱਚ ਵਿਗਿਆਨਿਕ ਵਤੀਰੇ ਅਤੇ ਵਿਗਿਆਨਿਕ ਵਿਧੀ ਦਾ ਵਿਕਾਸ ਕਰਨਾ। ਵਿਗਿਆਨ ਅਧਿਆਪਨ ਦੌਰਾਨ ਪ੍ਰਦਰਸ਼ਨ ਅਤੇ ਤਜਰਬਾਕਾਰੀ ਦੁਆਰਾ ਉਪਰੋਕਤ ਉਦੇਸ਼ਾਂ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਾਡੇ ਦੇਸ਼ ਦੇ ਬਹੁਤ ਸਾਰੇ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਕੀ ਹੈ ਜੀ, ਵਿਗਿਆਨ ਪ੍ਰਯੋਗਸ਼ਾਲਾ ਵਿੱਚ ਵਿਗਿਆਨਿਕ ਉਪਕਰਨਾਂ ਦੀ ਉਪਲਬਧਤਾ ਨਹੀਂ ਹੈ, ਵਿਗਿਆਨਿਕ ਉਪਕਰਨ ਨਹੀਂ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਵੈ ਨਿਰਮਿਤ ਜਾਂ ਕੰਮ ਚਲਾਊ ਉਪਕਰਨਾਂ ਦੁਆਰਾ ਇਸ ਦਾ ਹੱਲ ਕੀਤਾ ਜਾ ਸਕਦਾ ਹੈ। ਇੱਕ ਉੱਦਮੀ ਵਿਗਿਆਨ ਅਧਿਆਪਕ ਆਪਣੇ ਆਲੇ ਦੁਆਲੇ ਮਿਲਦੇ ਸੰਸਾਧਨਾਂ ਅਤੇ ਸਾਜ਼ੋ ਸਮਾਨ ਨੂੰ ਵਿਗਿਆਨ ਅਧਿਆਪਨ ਲਈ ਵਰਤ ਸਕਦਾ ਹੈ। ਉਹ ਵਿਦਿਆਰਥੀ ਨੂੰ ਪ੍ਰੇਰਿਤ ਕਰਕੇ ਘਰਾਂ ਅਤੇ ਆਲੇ ਦੁਆਲੇ ਮਿਲਦੇ ਫਾਲਤੂ ਜਾਂ ਘੱਟ ਕੀਮਤ ਵਾਲੇ ਸਮਾਨ ਨੂੰ ਕੀਮਤੀ ਸਿੱਖਣ ਸਰੋਤਾਂ ਵਿੱਚ ਤਬਦੀਲ ਕਰ ਸਕਦਾ ਹੈ। ਆਪਣੇ ਹੱਥੀਂ ਅਜਿਹੇ ਉਪਕਰਨ ਤਿਆਰ ਕਰ ਸਕਦਾ ਜਿਨ੍ਹਾਂ ਦੀ ਵਰਤੋਂ ਪ੍ਰਦਰਸ਼ਨ ਜਾਂ ਤਜਰਬੇਕਾਰੀ ਵਿੱਚ ਕੀਤੀ ਜਾ ਸਕੇ। ਹਾਂਜੀ, ਇਸ ਵਿੱਚ ਅਧਿਆਪਕ ਬਾਰੇ ਦੱਸਿਆ ਗਿਆ। ਅਧਿਆਪਕ ਕੀ ਕਰ ਸਕਦਾ ਹੈ? ਕੋਈ ਵੀ ਚੀਜ਼ਾਂ ਹਨ ਜੋ ਆਲੇ ਦੁਆਲੇ ਹਨ, ਜਿਨ੍ਹਾਂ ਦੁਆਰਾ ਕੋਈ ਸਾਇੰਸ ਦਾ ਪ੍ਰੋਜੈਕਟ ਜਾਂ ਮਾਡਲ ਉਪਕਰਨ ਬਣਾਇਆ ਜਾ ਸਕਦਾ ਹੈ, ਤਾਂ ਆਪਣੇ ਰਾਹੀਂ, ਆਪਣੇ ਹੱਥਾਂ ਰਾਹੀਂ ਸਵੈ ਨਿਰਮਿਤ ਉਸ ਨੂੰ ਕਰਕੇ ਬੱਚਿਆਂ ਨੂੰ ਦਿਖਾ ਸਕਦਾ ਜੀ। ਇਸ ਦਾ ਅਰਥ ਕੀ ਹੈ? ਅੰਗਰੇਜ਼ੀ ਸ਼ਬਦ ਇੰਪਰੋਵਾਈਜ਼ ਲਤੀਨੀ ਭਾਸ਼ਾ ਦੇ ਸ਼ਬਦ ਇੰਪਰੋਵੀਅਸ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਅਨਫੋਰਸੀਨ ਜਾਂ ਅਨਐਕਸਪੈਕਟਡ। ਹਾਂਜੀ, ਕੈਂਬਰਿਜ ਇੰਗਲਿਸ਼ ਡਿਕਸ਼ਨਰੀ ਅਨੁਸਾਰ ਇਸ ਦਾ ਮਤਲਬ ਕੀ ਹੈ? ਪ੍ਰੋਡਿਊਸਿੰਗ ਔਰ ਮੇਕਿੰਗ ਸਮਥਿੰਗ ਵਾਟ ਐਵਰ ਇਜ਼ ਅਵੇਲੇਬਲ। ਜੋ ਵੀ ਕੁਝ ਆਪਣੇ ਕੋਲ ਚੀਜ਼ਾਂ ਉਪਲਬਧ ਹਨ ਉਹਨਾਂ ਨਾਲ ਕੁਝ ਬਣਾਉਣਾ ਹੀ, ਸਮਥਿੰਗ ਪ੍ਰੋਡਿਊਸ ਕਰਨਾ ਜਾਂ ਬਣਾਉਣਾ। ਭਾਵ ਜੋ ਕੁਝ ਵੀ ਸਾਡੇ ਕੋਲ ਉਪਲਬਧ ਹੈ ਉਸ ਨੂੰ ਵਰਤ ਕੇ ਹੀ ਨਵੀਂ ਚੀਜ਼ ਦਾ ਨਿਰਮਾਣ ਕਰਨਾ। ਸੋ ਸਿੱਧੇ ਸ਼ਬਦਾਂ ਵਿੱਚ ਅਸੀਂ ਸਵੈ ਨਿਰਮਿਤ ਜਾਂ ਕੰਮ ਚਲਾਊ ਉਪਕਰਨ ਉਹ ਉਪਕਰਨ ਹਨ ਜਿਨ੍ਹਾਂ ਦਾ ਨਿਰਮਾਣ ਅਧਿਆਪਕ ਅਤੇ ਵਿਦਿਆਰਥੀ ਆਪਣੇ ਆਲੇ ਦੁਆਲੇ ਵਿੱਚ, ਸਕੂਲ ਵਿੱਚ ਜਾਂ ਘਰਾਂ ਵਿੱਚ ਉਪਲਬਧ ਬੇਕਾਰ ਜਾਂ ਸਸਤੇ ਸਮਾਨ ਨੂੰ ਵਰਤ ਕੇ ਖੁਦ ਕਰਦੇ ਹਨ। ਤੁਸੀਂ ਘਰਾਂ ਵਿੱਚ ਵੀ ਵੇਖਿਆ ਹੀ ਹੋਵੇਗਾ ਜੀ, ਇੰਡੀਅਨ ਲੋਕ ਤਾਂ ਸਪੈਸ਼ਲੀ ਤੁਹਾਨੂੰ ਪਤਾ ਹੀ ਹੈ, ਆਪਣੇ ਪੰਜਾਬੀ ਜ਼ਿਆਦਾਤਰ ਕੋਈ ਨਾ ਕੋਈ ਵਿਗਿਆਨਿਕ ਤੌਰ 'ਤੇ ਜਾਂ ਕੋਈ ਵੀ ਕਿਸੇ ਵੀ ਚੀਜ਼ ਦਾ, ਕੋਈ ਮਸ਼ੀਨ ਦਾ ਕੋਈ ਨਾ ਕੋਈ ਜੁਗਾੜ ਲਗਾ ਹੀ ਲੈਂਦੇ ਹਨ, ਜਿਸ ਨੂੰ ਆਪਾਂ ਜੁਗਾੜ ਕਹਿ ਦਿੰਦੇ ਹਾਂ। ਇਸ ਨੂੰ ਹੀ ਸਵੈ ਨਿਰਮਿਤ ਜਾਂ ਕੰਮ ਚਲਾਊ ਉਪਕਰਨ ਵੀ ਕਹਿ ਸਕਦੇ ਹਾਂ ਜੀ। ਸਵੈ ਨਿਰਮਿਤ ਉਪਕਰਨ ਦਾ ਮਹੱਤਵ ਕੀ ਹੈ? ਇਹਨਾਂ ਦਾ ਮਹੱਤਵ ਕੀ ਹੁੰਦਾ, ਇੰਪੋਰਟੈਂਸ ਕੀ ਹੁੰਦੀ ਹੈ? ਇਹ ਕੁਐਸਚਨ ਆਇਆ ਸੀ ਪਿਛਲੀ ਵਾਰੀ, ਵਿਗਿਆਨ ਸਿੱਖਣ ਲਈ ਕਿਸ ਤਰ੍ਹਾਂ ਸਹਾਈ ਹਨ, ਉਸ ਵਿੱਚ ਇਹ ਮਹੱਤਵ ਵੀ ਲਿਖ ਸਕਦੇ ਸੀ ਆਪਾਂ। ਵਿਗਿਆਨ ਦੀ ਸਿੱਖਿਆ ਵਿੱਚ ਹੀ ਸਵੈ ਨਿਰਮਿਤ ਜਾਂ ਕੰਮ ਚਲਾਊ ਉਪਕਰਨ ਬਹੁਤ ਮਹੱਤਵ ਰੱਖਦੇ ਹਨ। ਵਰਤਮਾਨ ਸਮੇਂ ਵਿੱਚ ਅੱਪਰ ਪ੍ਰਾਇਮਰੀ ਪੱਧਰ ਤੱਕ ਹੀ ਸਾਰਾ ਪਾਠਕ੍ਰਮ ਕੀ ਹੈ? ਕਿਰਿਆ ਕੇਂਦਰਿਤ ਹੈ। ਕਿਰਿਆ ਕੇਂਦਰ ਮਤਲਬ ਪ੍ਰਯੋਗ ਦੇ ਆਧਾਰਿਤ ਹੈ ਜੀ। ਹਰ ਸੰਕਲਪ ਨਾਲ ਬਹੁਤ ਸਾਰੀਆਂ ਕਿਰਿਆਵਾਂ ਜੁੜੀਆਂ ਹੋਈਆਂ ਹਨ।
ਇਹ ਕਿਰਿਆਵਾਂ ਤਾਂ ਹੀ ਹੋ ਸਕਦੀਆਂ ਹਨ ਜੇਕਰ ਅਧਿਆਪਕ ਤੇ ਵਿਦਿਆਰਥੀ ਸਵੈ ਨਿਰਮਿਤ ਉਪਕਰਨਾਂ ਦਾ ਨਿਰਮਾਣ ਕਰਨ। ਹਾਂਜੀ, ਹਰ ਕਹਿੰਦੇ ਹਨ ਪਾਠ ਨਾਲ ਬਹੁਤ ਸਾਰੀਆਂ ਕਿਰਿਆਵਾਂ ਜੁੜੀਆਂ ਹੋਈਆਂ ਹਨ ਅਤੇ ਇਹ ਤਾਂ ਹੀ ਹੋ ਸਕਦੇ ਨੇ ਜੇਕਰ ਅਧਿਆਪਕ ਅਤੇ ਵਿਦਿਆਰਥੀ ਕੀ ਕਰਨ, ਸਵੈ ਨਿਰਮਿਤ ਉਪਕਰਨਾਂ ਦਾ ਨਿਰਮਾਣ ਕਰਨ। ਅਧਿਆਪਕ ਨੂੰ ਵਿਦਿਆਰਥੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਪਹਿਲੇ ਦੇ ਸਮੇਂ ਵਿਗਿਆਨੀ ਜਿਵੇਂ ਐਡੀਸਨ ਸੀ, ਮੈਡਮ ਕਿਊਰੀ ਸੀ, ਫੈਰਾਡੇ ਸੀ, ਪ੍ਰਿਸਟਲੇ ਸੀ ਅਤੇ ਡੈਲਟਨ ਸੀ ਆਦਿ ਕੋਲ ਵਧੀਆ ਪ੍ਰਯੋਗਸ਼ਾਲਾਵਾਂ ਨਹੀਂ ਸਨ। ਉਹਨਾਂ ਨੇ ਸਵੈ ਨਿਰਮਿਤ ਉਪਕਰਨਾਂ ਦੀ ਸਹਾਇਤਾ ਨਾਲ ਹੀ ਵਿਗਿਆਨ ਜਗਤ ਦੀਆਂ ਮਹਾਨ ਖੋਜਾਂ ਕੀਤੀਆਂ ਅਤੇ ਕਾਢਾਂ ਕੀਤੀਆਂ। ਹਾਂਜੀ, ਇਹ ਕੀ ਹੁੰਦੇ ਆ, ਇਹਨਾਂ ਕੋਲ ਪਹਿਲਾਂ ਜੋ ਆਪਣੇ ਵਿਗਿਆਨੀ ਸਨ, ਮੈਡਮ ਕਿਊਰੀ ਹੋ ਗਏ, ਐਲਬਰਟ ਆਈਨਸਟਾਈਨ ਹੋ ਗਏ ਅਤੇ ਫੈਰਾਡੇ ਹੋ ਗਏ, ਪ੍ਰਿਸਟਲੇ, ਡੈਲਟਨ, ਇਹਨਾਂ ਕੋਲ ਵਧੀਆ ਪ੍ਰਯੋਗਸ਼ਾਲਾਵਾਂ ਨਹੀਂ ਸਨ ਅਤੇ ਉਹਨਾਂ ਨੇ ਸਵੈ ਨਿਰਮਿਤ ਉਪਕਰਨਾਂ ਦੀ ਸਹਾਇਤਾ ਨਾਲ ਹੀ ਵਿਗਿਆਨ ਜਗਤ ਦੀਆਂ ਮਹਾਨ ਖੋਜਾਂ ਅਤੇ ਕਾਢਾਂ ਕੀਤੀਆਂ। ਅੱਪਰ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਲਈ ਸਵੈ ਨਿਰਮਿਤ ਜਾਂ ਕੰਮ ਚਲਾਊ ਸਮਾਨ ਦਾ ਮਹੱਤਵ ਹੋਰ ਵੀ ਵਧੇਰੇ ਹੈ, ਕਿਉਂਕਿ ਇਸ ਪੱਧਰ ਉੱਤੇ ਪ੍ਰਯੋਗਾਂ ਦੇ ਸਿੱਟਿਆਂ ਦੀ ਬਹੁਤ ਜ਼ਿਆਦਾ ਸ਼ੁੱਧਤਾ ਉੱਤੇ ਜ਼ੋਰ ਨਹੀਂ ਦਿੱਤਾ ਜਾਂਦਾ। ਇਹ ਮੁੱਖ ਉਦੇਸ਼ ਵਿਦਿਆਰਥੀਆਂ ਦੇ ਪ੍ਰਕਿਰਿਆ ਹੁਨਰਾਂ ਦਾ ਵਿਕਾਸ ਕਰਨਾ ਹੁੰਦਾ ਹੈ। ਪ੍ਰਕਿਰਿਆ ਹੁਨਰਾਂ ਪ੍ਰੋਸੈਸ ਸਕਿੱਲ ਦਾ ਵਿਕਾਸ ਕਰਨਾ ਹੁੰਦਾ ਹੈ। ਪ੍ਰੋਸੈਸ ਸਕਿੱਲ ਦਾ ਵਿਕਾਸ ਉੱਥੇ ਹੀ ਹੁੰਦਾ ਜਦੋਂ ਹੱਥੀਂ ਕੰਮ ਕਰਦਾ ਹੈ ਕੋਈ ਵੀ ਬੰਦਾ, ਤਾਂ ਹੀ ਪ੍ਰੋਸੈਸ ਸਕਿੱਲ ਦਾ ਵਿਕਾਸ ਹੁੰਦਾ ਹੈ। ਉਪਕਰਨਾਂ ਦੀ ਸਿਰਜਣਾ ਕਰਦੇ ਸਮੇਂ, ਵਰਤੋਂ ਕਰਦੇ ਸਮੇਂ ਸਿੱਟੇ ਕੱਢਦੇ ਹਨ, ਸੰਚਾਰ ਕਰਦੇ ਹਨ। ਇਸ ਤੋਂ ਇਲਾਵਾ ਸਵੈ ਸਿਰਜਿਤ ਉਪਕਰਨਾਂ ਦਾ ਮਹੱਤਵ ਹੇਠ ਲਿਖੇ ਅਨੁਸਾਰ ਹੈ। ਹੋਰ ਜੋ ਇਸ ਦੇ ਪੁਆਇੰਟ ਹਨ, ਤੁਹਾਨੂੰ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਹਿ ਚੁੱਕਿਆ ਜੋ ਪੁਆਇੰਟ ਹਨ ਇਹਨਾਂ ਨੂੰ ਤੁਸੀਂ ਕਾਪੀ 'ਤੇ ਇੱਕ ਵਾਰ ਜ਼ਰੂਰ ਲਿਖ ਕੇ ਰੱਖ ਲਿਆ ਕਰੋ, ਕਿਉਂਕਿ ਪੇਪਰ ਤੋਂ ਪਹਿਲਾਂ ਤੁਸੀਂ ਪੂਰਾ ਨਹੀਂ ਪੜ੍ਹ ਸਕਦੇ ਤਾਂ ਸਿਰਫ ਇੱਕ ਵਾਰ ਪੁਆਇੰਟ ਹੀ ਪੁਆਇੰਟ ਤੁਸੀਂ ਪੜ੍ਹ ਸਕਦੇ ਹੋ ਜੀ, ਅਤੇ ਪੁਆਇੰਟ ਪੜ੍ਹ ਕੇ ਹੀ ਤੁਸੀਂ ਉਸ ਵਿੱਚ ਕੁਝ ਆਪਣੇ ਦਿਮਾਗ ਨਾਲ ਕੁਝ ਵੀ ਲਿਖ ਸਕਦੇ ਹੋ ਜੋ ਇਸ ਦੇ ਰਿਲੇਟਡ ਹੋਵੇ। ਜ਼ਰੂਰੀ ਨਹੀਂ ਤੁਸੀਂ ਕਿ ਬੁੱਕ ਲੈਂਗੁਏਜ ਹੀ ਲਿਖਣੀ ਹੈ, ਜੋ ਵੀ ਤੁਹਾਨੂੰ ਉਸ ਦੇ ਰਿਲੇਟਡ ਲੱਗਦਾ ਉਹ ਤੁਸੀਂ ਆਪਣੀ ਲੈਂਗੁਏਜ ਵਿੱਚ ਵੀ ਲਿਖ ਸਕਦੇ ਹੋ ਜੀ। ਹਾਂਜੀ, ਜੋ ਪਹਿਲਾ ਪੁਆਇੰਟ ਹੈ, ਆਰਥਿਕ ਮਹੱਤਵ। ਸਵੈ ਨਿਰਮਿਤ ਉਪਕਰਨਾਂ ਨੂੰ ਤਿਆਰ ਕਰਨ ਉੱਤੇ ਨਾ ਮਾਤਰ ਖਰਚਾ ਆਉਂਦਾ ਹੈ, ਸੋ ਅਧਿਆਪਕ ਨੂੰ ਇਹ ਉਡੀਕ ਨਹੀਂ ਕਰਨੀ ਪੈਂਦੀ ਕਿ ਕਦੋਂ ਕੋਈ ਉਪਕਰਨ ਖਰੀਦਿਆ ਜਾਵੇ ਅਤੇ ਉਹ ਆਪਣਾ ਕੰਮ ਕਰ ਸਕੇ। ਇਹਦੇ 'ਤੇ ਖਰਚਾ ਜੋ ਹੈ ਬਹੁਤ ਹੀ ਘੱਟ ਆਉਂਦਾ ਹੈ, ਇਸ ਲਈ ਜੋ ਹੈ ਇਕਨੋਮਿਕਲ ਜੋ ਦਬਾਅ ਨਹੀਂ ਪੈਂਦਾ ਜੀ। ਅਤੇ ਫੰਡਾਂ ਦੀ ਅਣਹੋਂਦ ਅਤੇ ਸਮਾਨ ਖਰੀਦਣ ਦੀ ਗੁੰਝਲਦਾਰ ਸਰਕਾਰੀ ਪ੍ਰਕਿਰਿਆ ਦੇ ਚੱਲਦਿਆਂ ਸਵੈ ਨਿਰਮਿਤ ਉਪਕਰਨ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਤੁਸੀਂ ਜ਼ਿਆਦਾਤਰ ਵੇਖੋਗੇ ਸਰਕਾਰੀ ਸਕੂਲਾਂ ਵਿੱਚ ਜੋ ਹੈ ਆਪਣੇ ਤੁਹਾਨੂੰ ਪਤਾ ਹੀ ਹੈ ਮੋਡਲ ਦੇ ਚਾਰਟ ਜੋ ਹਨ ਸਵੈ ਨਿਰਮਿਤ ਹੀ ਲੱਗੇ ਹੁੰਦੇ ਹਨ, ਕੋਈ ਜ਼ਿਆਦਾ ਖਰੀਦ ਕੇ ਲਿਆਂਦੇ ਨਹੀਂ ਹੁੰਦੇ ਹਨ, ਕਿਉਂਕਿ ਇਹ ਫੰਡਾਂ ਦੀ ਘਾਟ ਤਾਂ ਤੁਹਾਨੂੰ ਪਤਾ ਹੀ ਹੈ ਜੋ ਆਪਣੀ ਹੈ ਹੀ। ਨੰਬਰ ਸੈਕਿੰਡ ਪੁਆਇੰਟ ਹੈ ਵਿੱਦਿਅਕ ਮਹੱਤਵ। ਨਿਰਮਾਣਵਾਦ ਦੇ ਸਿਧਾਂਤ ਮੁਤਾਬਿਕ ਸਿੱਖਣਾ ਗਿਆਨ ਦਾ ਨਿਰਮਾਣ ਕਰਨਾ ਹੈ। ਇਹ ਨਿਰਮਾਣ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਵਿਦਿਆਰਥੀ ਕਿਰਿਆਸ਼ੀਲ ਹੋ ਕੇ ਸਿੱਖਣ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਭਾਗ ਲੈਂਦਾ ਹੈ। ਉਪਕਰਨਾਂ ਦੇ ਨਿਰਮਾਣ ਦੀ ਪ੍ਰਕਿਰਿਆ ਉਪਰੋਕਤ ਉਦੇਸ਼ਾਂ ਦੀ ਪੂਰਤੀ ਕਰਦੀ ਹੈ। ਜਦੋਂ ਵਿਦਿਆਰਥੀ ਕਿਸੇ ਸਿਧਾਂਤ ਦੀ ਪੁਸ਼ਟੀ ਕਰਨ ਲਈ ਕਿਸੇ ਉਪਕਰਨ ਬਾਰੇ ਸੋਚਦੇ ਹਨ, ਯੋਜਨਾ ਬਣਾਉਂਦੇ ਹਨ, ਕੰਮ ਕਰਦੇ ਹਨ, ਸਿੱਟੇ ਕੱਢਦੇ ਹਨ, ਉਹਨਾਂ ਦੇ ਸਿੱਖਣ ਅਨੁਭਵਾਂ ਵਿੱਚ ਵਾਧਾ ਹੁੰਦਾ ਹੈ, ਉਹਨਾਂ ਲਈ ਸਿੱਖਣਾ ਅਰਥ ਭਰਪੂਰ ਬਣ ਜਾਂਦਾ ਹੈ। ਹਾਂਜੀ, ਕੀ ਪੁਆਇੰਟ ਕੀਤਾ ਆਪਾਂ ਸੈਕਿੰਡ, ਜੋ ਵਿੱਦਿਅਕ ਮਹੱਤਵ। ਜੋ ਨਿਰਮਾਣਵਾਦ ਦੇ ਸਿਧਾਂਤ ਮੁਤਾਬਕ ਕੀ ਹੈ ਜੀ, ਸਿੱਖਣਾ ਗਿਆਨ ਦਾ ਨਿਰਮਾਣ ਕਰਨਾ ਹੈ। ਇਹ ਨਿਰਮਾਣ ਉਦੋਂ ਹੀ ਸੰਭਵ ਹੁੰਦਾ ਜਦੋਂ ਵਿਦਿਆਰਥੀ ਕਿਰਿਆਸ਼ੀਲ ਹੁੰਦਾ ਹੈ, ਜਦੋਂ ਵੀ ਕੋਈ ਕਿਰਿਆ ਵਿੱਚ ਹਿੱਸਾ ਲੈਂਦਾ, ਕੋਈ ਪ੍ਰੋਜੈਕਟ ਵਿੱਚ ਉਹ ਆਪ ਆਪਣੇ ਹੱਥੀਂ ਕੰਮ ਕਰਦਾ ਹੈ। ਤਾਂ ਇਸ ਲਈ ਉਹ ਜਦੋਂ ਉਪਕਰਨ ਬਣਾਉਂਦੇ ਹਨ ਸਵੈ ਨਿਰਮਿਤ, ਉਹਨਾਂ ਵਿੱਚ ਵੀ ਗਤੀਸ਼ੀਲਤਾ, ਉਹਨਾਂ ਦੀ ਕਿਰਿਆਸ਼ੀਲਤਾ ਵੱਧ ਜਾਂਦੀ ਹੈ ਅਤੇ ਜਿਸ ਨਾਲ ਇਸ ਦਾ ਵਿੱਦਿਅਕ ਮਹੱਤਵ ਵੀ ਜ਼ਿਆਦਾ ਪੈਂਦਾ ਹੈ ਅਤੇ ਸਿੱਖਣਾ ਜੋ ਹੈ ਅਰਥ ਭਰਪੂਰ ਹੋ ਜਾਂਦਾ ਹੈ, ਉਹਨਾਂ ਨੂੰ ਸਮਝ ਵੀ ਚੰਗੀ ਤਰ੍ਹਾਂ ਆ ਜਾਂਦੀ ਹੈ। ਤੁਹਾਨੂੰ ਪਤਾ ਹੀ ਹੈ ਜੀ ਪ੍ਰੈਕਟੀਕਲ ਨੌਲੇਜ ਜੋ ਹੈ ਉਸ ਦੀ ਜ਼ਿਆਦਾ ਸਮਝ ਆਉਂਦੀ ਹੈ ਥਿਓਰੀਟੀਕਲ ਦੇ ਬਜਾਏ। ਹਾਂਜੀ, ਜੋ ਕਿਤਾਬੀ ਪੜ੍ਹਾਈ ਨੂੰ ਵੈਸੇ ਮੈਂ ਮਾੜਾ ਨਹੀਂ ਕਹਿ ਰਿਹਾ, ਪਰ ਪ੍ਰੈਕਟੀਕਲ ਜੋ ਨੌਲੇਜ ਹੈ ਉਹ ਜ਼ਿਆਦਾ ਜ਼ਰੂਰੀ ਹੁੰਦੀ ਹੈ ਥਿਓਰੀਟੀਕਲ ਨਾਲੋਂ। ਥਰਡ ਪੁਆਇੰਟ ਜੋ ਆਪਣਾ ਸਮਾਜਿਕ ਮਹੱਤਵ। ਸਿੱਖਣਾ ਇੱਕ ਸਮਾਜਿਕ ਪ੍ਰਕਿਰਿਆ ਹੈ। ਹਾਂਜੀ, ਸਿੱਖਣਾ ਜੋ ਇੱਕ ਸਮਾਜਿਕ ਪ੍ਰਕਿਰਿਆ ਹੈ। ਵਿਦਿਆਰਥੀ ਸਭ ਤੋਂ ਵੱਧ ਉਦੋਂ ਹੀ ਸਿੱਖਦੇ ਹਨ ਜਦੋਂ ਉਹ ਮਿਲ ਕੇ ਕੰਮ ਕਰਦੇ ਹਨ, ਚਰਚਾ ਕਰਦੇ ਹਨ, ਸਿੱਟੇ ਕੱਢਦੇ ਹਨ, ਸੰਚਾਰ ਕਰਦੇ ਹਨ। ਉਪਕਰਨਾਂ ਨੂੰ ਹੱਥੀਂ ਤਿਆਰ ਕਰਦੇ ਸਮੇਂ ਵਿਦਿਆਰਥੀਆਂ ਨੂੰ ਆਪਸ ਵਿੱਚ ਮਿਲ ਕੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਸਿੱਟੇ ਵਜੋਂ ਉਹਨਾਂ ਵਿੱਚ ਮੁਕਾਬਲੇਬਾਜ਼ੀ ਨਾਲੋਂ ਆਪਸੀ ਸੰਯੋਗ ਦੁਆਰਾ ਸਮੱਸਿਆਵਾਂ ਨਾਲ ਲੜਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਹਾਂਜੀ, ਜੋ ਥਰਡ ਪੁਆਇੰਟ ਹੈ ਸਮਾਜਿਕ ਮਹੱਤਵ ਵਾਲਾ, ਇਸ ਵਿੱਚ ਗੱਲ ਕੀਤੀ ਹੈ ਸਿੱਖਣਾ ਜੋ ਹੈ ਇੱਕ ਸਮਾਜਿਕ ਪ੍ਰਕਿਰਿਆ ਹੈ। ਵਿਦਿਆਰਥੀ ਸਭ ਤੋਂ ਵੱਧ ਕਿਵੇਂ ਸਿੱਖਦੇ ਹਨ? ਰਲ ਮਿਲ ਕੇ ਸਿੱਖਦੇ ਹਨ, ਚਰਚਾ ਕਰਦੇ ਹਨ, ਕੋਈ ਵੀ ਟੋਪਿਕ ਹੈ ਉਸ ਉੱਤੇ ਡਿਸਕਸ਼ਨ ਕਰਦੇ ਹਨ ਅਤੇ ਉਪਕਰਨਾਂ ਨੂੰ ਜਦੋਂ ਹੱਥੀਂ ਤਿਆਰ ਕਰਦੇ ਹਨ ਤਾਂ ਉਹ ਜੋ ਹੈ ਆਪਸ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਨਹੀਂ ਰੱਖਦੇ, ਸਗੋਂ ਇਕੱਠੇ ਰਲ ਕੇ ਸਮੱਸਿਆਵਾਂ ਦਾ ਹੱਲ ਕਰਦੇ ਹਨ। ਫੋਰਥ ਪੁਆਇੰਟ ਹੈ ਪ੍ਰਕਿਰਿਆ ਹੁਨਰਾਂ ਦਾ ਵਿਕਾਸ, ਪ੍ਰੋਸੈਸ ਸਕਿੱਲਾਂ ਦਾ ਵਿਕਾਸ ਜਾਂ ਪ੍ਰਕਿਰਿਆ ਹੁਨਰਾਂ ਦਾ ਵਿਕਾਸ।
ਵਿਗਿਆਨ ਸਿੱਖਿਆ ਦੇ ਦੋ ਪੱਖ ਨੇ, ਇੱਕ ਹੈ ਪ੍ਰਕਿਰਿਆ ਪ੍ਰੋਸੈਸ ਅਤੇ ਸੈਕਿੰਡ ਹੈ ਸਿੱਟਾ। ਪਹਿਲਾਂ ਆਪਾਂ ਕੋਈ ਪ੍ਰੋਸੈਸ ਕਰਦੇ ਹਾਂ, ਪ੍ਰਕਿਰਿਆ ਕਰਦੇ ਹਾਂ, ਅਤੇ ਸੈਕਿੰਡ ਨੰਬਰ 'ਤੇ ਜੋ ਆਪਣਾ ਹੀ ਸਿੱਟਾ ਆ ਜਾਂਦਾ ਹੈ, ਪ੍ਰੋਡਕਟ ਜੋ ਬਣ ਜਾਂਦਾ ਹੈ, ਉਸ ਬਾਰੇ ਆਪਾਂ ਦੇਖਦੇ ਹਾਂ ਇਹ ਕਿਰਿਆ ਕਰਕੇ ਕੀ ਪ੍ਰੋਡਕਟ ਜਾਂ ਕੀ ਸਿੱਟਾ ਨਿਕਲਿਆ ਹੈ। ਸਿੱਖਣ ਦੇ ਦੌਰਾਨ ਹੀ ਵਿਦਿਆਰਥੀ ਇੱਕ ਪ੍ਰਕਿਰਿਆ ਵਿੱਚੋਂ ਦੀ ਗੁਜ਼ਰਦੇ ਹੋਏ ਸਿੱਟੇ 'ਤੇ ਪਹੁੰਚਦੇ ਹਨ ਅਤੇ ਸੰਕਲਪਾਂ ਦਾ ਨਿਰਮਾਣ ਕਰਦੇ ਹਨ। ਇਸ ਪ੍ਰਕਿਰਿਆ ਨਾਲ ਬਹੁਤ ਸਾਰੇ ਪ੍ਰਕਿਰਿਆ ਹੁਨਰ ਜਿਵੇਂ ਪ੍ਰੇਖਣ, ਮਿਣਤੀ ਕਰਨਾ, ਪਰਿਕਲਪਨਾ ਘੜਨਾ, ਭਵਿੱਖਬਾਣੀ ਕਰਨਾ, ਅੰਦਾਜ਼ਾ ਲਗਾਉਣਾ, ਯੋਜਨਾਬੰਦੀ ਕਰਨਾ, ਵਿਆਖਿਆ ਕਰਨਾ, ਸਿੱਟੇ ਕੱਢਣਾ, ਸੰਚਾਰ ਕਰਨਾ ਆਦਿ ਪ੍ਰਕਿਰਿਆ ਹੁਨਰਾਂ ਦਾ ਵਿਕਾਸ ਉਦੋਂ ਹੀ ਸੰਭਵ ਹੁੰਦਾ ਜਦੋਂ ਵਿਦਿਆਰਥੀ ਸਰਗਰਮੀ ਨਾਲ ਸਿੱਖਣ ਪ੍ਰਕਿਰਿਆ ਵਿੱਚ ਭਾਗ ਲੈਂਦੇ ਹਨ। ਹਾਂਜੀ, ਇਹਦੇ ਵਿੱਚ ਕੀ ਕਿਹਾ ਗਿਆ, ਜਦੋਂ ਸਿੱਖਣ ਪ੍ਰਕਿਰਿਆ ਵਿੱਚ ਹਿੱਸਾ ਲੈਂਦੇ ਹਨ ਤਾਂ ਉਹਨਾਂ ਦੇ ਪ੍ਰਕਿਰਿਆ ਹੁਨਰਾਂ ਦਾ ਵਿਕਾਸ ਹੁੰਦਾ। ਜਿਹੜੇ ਪ੍ਰਕਿਰਿਆ ਹੁਨਰ ਕਿਹੜੇ ਹਨ ਜੀ? ਪ੍ਰੀਖਣ ਕਰਨਾ, ਮਿਣਤੀ ਕਰਨਾ, ਜਾਂ ਪਹਿਲਾਂ ਹੀ ਜੋ ਆਪਾਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਇਸ ਦਾ ਇਹ ਕੁਝ ਹੋ ਸਕਦਾ ਹੈ, ਜਾਂ ਭਵਿੱਖਬਾਣੀ ਕਰ ਲੈਂਦੇ ਹਾਂ, ਯੋਜਨਾਬੰਦੀ ਕਰ ਲੈਂਦੇ ਹਾਂ, ਵਿਆਖਿਆ ਕਰਦੇ ਹਾਂ, ਸਿੱਟੇ ਕੱਢਦੇ ਹਾਂ, ਇਹ ਸਭ ਜੋ ਹੈ ਪ੍ਰਕਿਰਿਆ ਹੁਨਰ ਹਨ। ਕਹਿੰਦੇ ਪ੍ਰਕਿਰਿਆ ਹੁਨਰਾਂ ਦਾ ਵਿਕਾਸ ਹੀ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਵਿਦਿਆਰਥੀ ਸਰਗਰਮੀ ਨਾਲ ਸਿੱਖਣ ਪ੍ਰਕਿਰਿਆ ਵਿੱਚ ਕੀ ਹੈ ਭਾਗ ਲੈਂਦਾ ਹੈ, ਹੱਥੀਂ ਕੰਮ ਕਰਦੇ ਹਨ ਅਤੇ ਮਿਲ ਕੇ ਸਮੱਸਿਆ ਨੂੰ ਹੱਲ ਕਰਦੇ ਹਨ। ਉਪਕਰਨਾਂ ਦੇ ਸਵੈ ਨਿਰਮਾਣ ਦੀ ਪ੍ਰਕਿਰਿਆ ਉਪਰੋਕਤ ਮੌਕੇ ਪ੍ਰਦਾਨ ਕਰਦੀ ਹੈ ਜੀ। ਹਾਂਜੀ, ਇਸ ਵਿੱਚ ਆਪਾਂ ਕੀ ਪੜ੍ਹਿਆ? ਪ੍ਰਕਿਰਿਆ ਹੁਨਰਾਂ ਦਾ ਵਿਕਾਸ ਜੋ ਹੈ ਤਾਂ ਹੀ ਹੁੰਦਾ ਹੈ ਜਦੋਂ ਸਵੈ ਨਿਰਮਿਤ ਕੁਛ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਹਨ, ਕੋਈ ਪ੍ਰੋਡਕਟ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਵਿੱਚ ਹੀ ਅੰਦਾਜ਼ਾ ਲਗਾਉਣਾ, ਯੋਜਨਾਵਾਂ, ਯੋਜਨਾਬੰਦੀ, ਇਸ ਤਰ੍ਹਾਂ ਦੀ ਪ੍ਰਕਿਰਿਆ ਹੁਨਰਾਂ ਦਾ ਵਿਕਾਸ ਹੁੰਦਾ ਜੀ। ਨੰਬਰ 5 ਪੁਆਇੰਟ ਜੋ ਹੈ ਸਿਰਜਣਾਤਮਕਤਾ ਦਾ ਵਿਕਾਸ, ਕ੍ਰੀਏਟੀਵਿਟੀ। ਕੋਈ ਵੀ ਜਦੋਂ ਆਪਾਂ ਕੋਈ ਪ੍ਰੋਜੈਕਟ ਕਰਨ ਲੱਗਦੇ ਹਾਂ ਉਸ ਵੇਲੇ ਆਪਣੇ ਦਿਮਾਗ 'ਚ ਕਈ ਤਰ੍ਹਾਂ ਦੇ ਥੋਟ ਆਉਂਦੇ ਹਨ ਨਹੀਂ, ਅਤੇ ਉਹੀ ਆਪਣੀ ਕ੍ਰੀਏਟੀਵਿਟੀ ਹੁੰਦੀ ਹੈ। ਕਿਸੇ ਵੀ ਆਪਾਂ ਚੀਜ਼ ਨੂੰ ਜਾਂ ਕਿਰਿਆ ਨੂੰ ਕਿਸ ਤਰ੍ਹਾਂ ਅਲੱਗ ਤਰੀਕੇ ਨਾਲ ਬਿਹਤਰ ਜਾਂ ਵਧੀਆ ਕਰ ਸਕਦੇ ਹਾਂ ਘੱਟ ਟਾਈਮ 'ਚ, ਉਹੀ ਕ੍ਰੀਏਟੀਵਿਟੀ ਕਹਾਉਂਦੀ ਹੈ ਜੀ। ਸਿਰਜਣਾਤਮਕਤਾ ਵਿਅਕਤੀ ਦੀ ਸ਼ਖਸੀਅਤ ਦਾ ਬਹੁਤ ਮਹੱਤਵਪੂਰਨ ਗੁਣ ਹੈ। ਇਹ ਕਲਪਨਾ ਅਤੇ ਮੌਲਿਕ ਵਿਚਾਰਾਂ ਦੇ ਜ਼ਰੀਏ ਕੁਝ ਨਵਾਂ ਸਿਰਜਣ ਦੀ ਯੋਗਤਾ ਹੈ। ਹਰ ਵਿਅਕਤੀ ਵਿੱਚ ਸਿਰਜਣਾਤਮਕਤਾ ਦਾ ਅੰਸ਼ ਹੁੰਦਾ ਹੈ ਜਿਸ ਨੂੰ ਵਿਕਸਿਤ ਕੀਤੇ ਜਾਣ ਦੀ ਲੋੜ ਹੁੰਦੀ ਹੈ। ਹਰ ਵਿਅਕਤੀ ਵਿੱਚ ਕਹਿੰਦੇ ਕ੍ਰੀਏਟੀਵਿਟੀ ਹੁੰਦੀ ਹੈ ਜਿਸ ਨੂੰ ਬਸ ਵਿਕਸਿਤ ਕਰਨ ਦੀ ਲੋੜ ਹੈ। ਹੱਥੀਂ ਉਪਕਰਨ ਬਣਾਉਣ ਦੀ ਕਿਰਿਆ ਵਿਦਿਆਰਥੀਆਂ ਨੂੰ ਅਜਿਹੇ ਮੌਕੇ ਪ੍ਰਦਾਨ ਕਰਦੀ ਹੈ ਜਿਸ ਵਿੱਚ ਉਹਨਾਂ ਦੀਆਂ ਸਿਰਜਣਾਤਮਕ ਰੁਚੀਆਂ ਦਾ ਵਿਕਾਸ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਹਾਂਜੀ, ਜਦੋਂ ਹੱਥੀਂ ਕੰਮ ਕਰਦਾ ਹੈ ਤਾਂ ਉਸ ਦੀਆਂ ਸਿਰਜਣਾਤਮਕ ਜੋ ਰੁਚੀਆਂ ਹਨ ਉਹ ਵੱਧ ਜਾਂਦੀਆਂ ਹਨ, ਉਹਨਾਂ ਦਾ ਵਿਕਾਸ ਹੁੰਦਾ ਹੈ। ਨੰਬਰ 6 ਹੈ ਕਿਰਤ ਪ੍ਰਤੀ ਸਤਿਕਾਰ। ਕਿਰਤ ਕੀ ਹੈ? ਜੋ ਹੱਥੀਂ ਕੰਮ ਕਰਨਾ ਉਸ ਨੂੰ ਹੀ ਕਿਰਤ ਕਹਿੰਦੇ ਹਨ। ਦੁਨੀਆ ਦੀ ਤਰੱਕੀ ਅਤੇ ਖੁਸ਼ਹਾਲੀ ਪਿੱਛੇ ਕਿਰਤ ਦਾ ਯੋਗਦਾਨ ਹੈ। ਸੱਚੀ ਸੁੱਚੀ ਕਿਰਤ ਕਰਨੀ ਅਤੇ ਕਿਰਤ ਦਾ ਸਤਿਕਾਰ ਕਰਨਾ ਮਨੁੱਖਤਾ ਦੇ ਸੁਨਹਿਰੀ ਨਿਯਮ ਹਨ। ਸਾਰੇ ਕੰਮ ਹੀ ਸਤਿਕਾਰਿਤ ਹਨ, ਕੋਈ ਵੀ ਕੰਮ ਘਟੀਆ ਨਹੀਂ ਹੈ ਅਤੇ ਕੋਈ ਉੱਤਮ ਨਹੀਂ ਹੈ। ਅਧਿਆਪਕ ਨੂੰ ਚਾਹੀਦਾ ਕਿ ਉਹ ਅਜਿਹੇ ਵਿਚਾਰਾਂ ਦਾ ਸੰਚਾਰ ਵਿਦਿਆਰਥੀਆਂ ਵਿੱਚ ਕਰੇ। ਇਸ ਕੰਮ ਲਈ ਸਵੈ ਸਿਰਜਿਤ ਉਪਕਰਨ ਵਧੀਆ ਸਾਧਨ ਸਾਬਤ ਹੋ ਸਕਦੇ ਹਨ। ਹਾਂਜੀ, ਕਿਰਤ ਪ੍ਰਤੀ ਸਤਿਕਾਰ ਇਸ ਨਾਲ ਹੁੰਦਾ ਹੈ ਜਦੋਂ ਉਹ ਸਵੈ ਸਿਰਜਿਤ ਉਪਕਰਨ ਬਣਾਉਂਦੇ ਹਨ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਹੱਥੀਂ ਕੰਮ ਕਿਸ ਤਰ੍ਹਾਂ ਕਰਨਾ ਹੈ, ਅਤੇ ਕੋਈ ਵੀ ਕੰਮ ਜੋ ਹੈ ਇਸ ਵਿੱਚ ਉਹਨਾਂ ਨੂੰ ਪਤਾ ਲੱਗਦਾ ਘਟੀਆ ਨਹੀਂ ਹੁੰਦਾ ਅਤੇ ਕੋਈ ਵੀ ਕੰਮ ਉੱਤਮ ਨਹੀਂ ਹੁੰਦਾ, ਅਤੇ ਸਾਰੇ ਕੰਮ ਹੀ ਸਤਿਕਾਰਿਤ ਹੁੰਦੇ ਹਨ। 7 ਪੁਆਇੰਟ ਜੋ ਹੈ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ। ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ ਵਿਗਿਆਨ ਸਿੱਖਿਆ ਦਾ ਸਭ ਤੋਂ ਮਹੱਤਵਪੂਰਨ ਉਦੇਸ਼ ਹੈ। ਇਸ ਵਿੱਚ ਉਦਾਰਚਿਤਤਾ, ਬੌਧਿਕ ਇਮਾਨਦਾਰੀ, ਆਲੋਚਨਾਤਮਕ ਸੋਚਣੀ, ਨਿਰਪੱਖਤਾ, ਅੰਧ ਵਿਸ਼ਵਾਸਾਂ ਤੋਂ ਮੁਕਤੀ ਅਤੇ ਦ੍ਰਿੜਤਾ ਵਰਗੇ ਗੁਣ ਸ਼ਾਮਿਲ ਹੁੰਦੇ ਹਨ। ਵਰਤਮਾਨ ਸਮੇਂ ਵਿੱਚ ਹੀ ਇਸ ਦੀ ਲੋੜ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਗਈ ਹੈ। ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ ਵਿਗਿਆਨ ਅਧਿਆਪਕ ਲਈ ਚੁਣੌਤੀ ਭਰਿਆ ਕਾਰਜ ਹੈ। ਹੱਥੀਂ ਉਪਕਰਨ ਬਣਾਉਣ ਦੀ ਪ੍ਰਕਿਰਿਆ ਦੁਆਰਾ ਉਪਰੋਕਤ ਉਦੇਸ਼ਾਂ ਦੀ ਪੂਰਤੀ ਵਿੱਚ ਸਹਾਇਤਾ ਮਿਲਦੀ ਹੈ। ਹਾਂਜੀ, ਇਹਦੇ ਵਿੱਚ ਕੀ ਗੱਲ ਕਿਹਾ ਗਿਆ? ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ, ਇਸ ਦੇ ਮਤਲਬ ਕੀ ਹੈ ਜੀ? ਵਿਗਿਆਨਿਕ ਦ੍ਰਿਸ਼ਟੀਕੋਣ ਜੋ ਆਪਣੇ ਪਹਿਲਾਂ ਵੀ ਇਹ ਲੈਸਨ ਹੋ ਚੁੱਕਿਆ ਫਸਟ ਯੂਨਿਟ ਵਿੱਚ, ਉਹੀ ਹੈ ਇਹ ਅੰਧ ਵਿਸ਼ਵਾਸਾਂ ਤੋਂ ਮੁਕਤੀ, ਬੌਧਿਕ ਇਮਾਨਦਾਰੀ, ਉਦਾਰਚਿਤਤਾ, ਆਲੋਚਨਾਤਮਕ ਸੋਚਣੀ, ਦ੍ਰਿੜਤਾ, ਇਹ ਸਾਰੇ ਜੋ ਹਨ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਪੁਆਇੰਟ ਹਨ ਜੋ ਆਪਾਂ ਪਹਿਲਾਂ ਵੀ ਪਹਿਲੀ ਯੂਨਿਟ ਵਿੱਚ ਕਰ ਸਕਦੇ ਹਾਂ, ਕੀਤਾ ਹੋਇਆ ਹੈ ਪਹਿਲਾਂ ਹੀ। ਅਤੇ ਵਿਦਿਆਰਥੀਆਂ ਵਿੱਚ ਹੀ ਵਿਗਿਆਨਿਕ ਦ੍ਰਿਸ਼ਟੀਕੋਣ ਦਾ ਵਿਕਾਸ ਕਰਨਾ ਵਿਗਿਆਨ ਅਧਿਆਪਕ ਲਈ ਚੁਣੌਤੀ ਭਰਿਆ ਕਾਰਜ ਹੈ। ਹੱਥੀਂ ਉਪਕਰਨ ਬਣਾਉਣ ਦੀ ਪ੍ਰਕਿਰਿਆ ਦੁਆਰਾ ਉਪਰੋਕਤ ਉਦੇਸ਼ ਦੀ ਪੂਰਤੀ ਵਿੱਚ ਸਹਾਇਤਾ ਮਿਲਦੀ ਹੈ। ਜਦੋਂ ਵਿਦਿਆਰਥੀ ਇੱਕ ਪ੍ਰਕਿਰਿਆ ਵਿੱਚੋਂ ਦੀ ਗੁਜ਼ਰਦੇ ਹੋਏ ਕਿਸੇ ਵਿਗਿਆਨਿਕ ਨਿਯਮ ਨੂੰ ਅਮਲੀ ਰੂਪ ਵਿੱਚ ਸਿੱਧ ਕਰਨ ਲਈ ਆਪਣੇ ਹੱਥੀਂ ਉਪਕਰਨ ਤਿਆਰ ਕਰਦੇ ਹਨ ਅਤੇ ਨਿਯਮ ਦੀ ਪੁਸ਼ਟੀ ਕਰਦੇ ਹਨ, ਉਹਨਾਂ ਦਾ ਕਾਰਨ ਅਤੇ ਪ੍ਰਭਾਵ ਦੇ ਨਿਯਮ ਉੱਤੇ ਯਕੀਨ ਪੱਕਾ ਹੋ ਜਾਂਦਾ। ਹਾਂਜੀ, ਕਾਰਨ ਕੀ ਹੈ ਇਸ ਦਾ ਅਤੇ ਪ੍ਰਭਾਵ ਕੀ ਪਿਆ ਇਸ ਨਿਯਮ 'ਤੇ ਉਹਨਾਂ ਦਾ ਯਕੀਨ ਹੋ ਜਾਂਦਾ ਹੈ। ਇਹ ਨਿਯਮ ਹੀ ਵਿਗਿਆਨਿਕ ਦ੍ਰਿਸ਼ਟੀਕੋਣ ਦੇ ਵਿਕਾਸ ਦਾ ਆਧਾਰ ਬਣਦਾ ਅੱਗੇ ਜਾ ਕੇ। 8ਵੀਂ ਗੁਣਾਂ ਦਾ ਵਿਕਾਸ।
ਜਦੋਂ ਵਿਦਿਆਰਥੀ ਹੱਥੀਂ ਉਪਕਰਨ ਤਿਆਰ ਕਰਦੇ ਹਨ ਉਹਨਾਂ ਨੂੰ ਅਮਲੀ ਤੌਰ 'ਤੇ ਪਤਾ ਲੱਗਦਾ ਹੈ। ਕੋਈ ਵੀ ਵਿਗਿਆਨਿਕ ਉਪਕਰਨ ਤਿਆਰ ਕਰਨਾ ਕਿੰਨੀ ਮਿਹਨਤ ਅਤੇ ਸਮਰਪਣ ਦੀ ਮੰਗ ਕਰਦਾ ਹੈ। ਜਦੋਂ ਉਹ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਧੁਨਿਕ ਉਪਕਰਨਾਂ ਅਤੇ ਮਸ਼ੀਨਾਂ ਆਦਿ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹਨਾਂ ਨੂੰ ਬਣਾਉਣ ਪਿੱਛੇ ਵਿਗਿਆਨੀਆਂ ਨੇ ਕਿੰਨੀ ਮਿਹਨਤ ਕੀਤੀ ਹੋਵੇਗੀ ਅਤੇ ਘਾਲਣਾ ਘਾਲੀ ਹੋਵੇਗੀ। ਇਸ ਤਰ੍ਹਾਂ ਉਹਨਾਂ ਦੇ ਦਿਲ ਵਿੱਚ ਵਿਗਿਆਨੀਆਂ ਵੱਲੋਂ ਕੀਤੀ ਮਿਹਨਤ ਅਤੇ ਦੁਨੀਆ ਨੂੰ ਦਿੱਤੀ ਜਾਣ ਪ੍ਰਤੀ ਪ੍ਰਸ਼ੰਸਾ ਦੀ ਭਾਵਨਾ ਉਪਜਦੀ ਹੈ। ਸਿੱਟੇ ਵਜੋਂ ਉਹ ਵੀ ਕੜਰੀ ਮਿਹਨਤ ਕਰਨ ਵੱਲ ਪ੍ਰੇਰਿਤ ਹੁੰਦੇ ਹਨ। ਹਾਂਜੀ, ਜੋ ਆਪਣਾ 8th ਪੁਆਇੰਟ ਜੋ 8ਵਾਂ ਪੁਆਇੰਟ ਆਪਾਂ ਕੀਤਾ ਹੈ, ਪ੍ਰਸ਼ੰਸਾਤਮਕ ਗੁਣਾਂ ਦਾ ਵਿਕਾਸ। ਜਦੋਂ ਵਿਦਿਆਰਥੀ ਹੱਥੀਂ ਉਪਕਰਨ ਤਿਆਰ ਕਰਦੇ ਹਨ ਤਾਂ ਉਹਨਾਂ ਨੂੰ ਅਸਲ ਵਿੱਚ ਪਤਾ ਲੱਗਦਾ, ਅਮਲੀ ਤੌਰ 'ਤੇ ਪਤਾ ਲੱਗਦਾ ਹੈ ਕਿ ਵਿਗਿਆਨਿਕ ਉਪਕਰਨ ਤਿਆਰ ਕਰਨੇ ਕਿੰਨੇ ਜੀ ਮਿਹਨਤ ਦੀ ਅਤੇ ਸਮਰਪਣ ਦੀ ਮੰਗ ਕਰਦੇ ਹਨ। ਕੋਈ ਵੀ ਜਦੋਂ ਵਿਗਿਆਨਿਕ ਉਪਕਰਨ ਤਿਆਰ ਕਰਨਾ ਕਿੰਨੀ ਮਿਹਨਤ ਅਤੇ ਸਮਰਪਣ ਦੀ ਮੰਗ ਕਰਦਾ ਹੈ। ਜਦੋਂ ਰੋਜ਼ਾਨਾ ਜ਼ਿੰਦਗੀ ਵਿੱਚ ਆਧੁਨਿਕ ਉਪਕਰਨਾਂ ਅਤੇ ਮਸ਼ੀਨਾਂ ਆਦਿ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹਨਾਂ ਨੂੰ ਬਣਾਉਣ ਪਿੱਛੇ ਵਿਗਿਆਨੀਆਂ ਨੇ ਕਿੰਨੀ ਮਿਹਨਤ ਕੀਤੀ ਹੋਵੇਗੀ ਅਤੇ ਘਾਲਣਾ ਘਾਲੀ ਹੋਵੇਗੀ। ਇਸ ਤਰ੍ਹਾਂ ਉਹਨਾਂ ਦੇ ਦਿਲ ਵਿੱਚ ਵਿਗਿਆਨੀਆਂ ਵੱਲੋਂ ਕੀਤੀ ਮਿਹਨਤ ਅਤੇ ਦੁਨੀਆ ਨੂੰ ਦਿੱਤੀ ਜਾਣ ਪ੍ਰਤੀ ਪ੍ਰਸ਼ੰਸਾ ਦੀ ਭਾਵਨਾ ਉਪਜਦੀ ਹੈ। ਸਿੱਟੇ ਵਜੋਂ ਵੀ ਕਰੜੀ ਮਿਹਨਤ ਕਰਨ ਵੱਲ ਪ੍ਰੇਰਿਤ ਹੁੰਦੇ ਹਨ। ਅਗਲਾ ਜੋ 9 ਪੁਆਇੰਟ ਆਪਣਾ ਹੀ ਵਿਹਲੇ ਸਮੇਂ ਦੀ ਸੰਯੋਗ ਵਰਤੋਂ। ਵਿਹਲੇ ਸਮੇਂ ਦੀ ਸੰਯੋਗ ਵਰਤੋਂ। ਸਕੂਲੀ ਅਵਸਥਾ ਦਾ ਸਮਾਂ ਵਿਦਿਆਰਥੀਆਂ ਲਈ ਕਾਫੀ ਨਾਜ਼ੁਕ ਹੁੰਦਾ ਹੈ। ਇਸ ਸਮੇਂ ਦੌਰਾਨ ਉਹਨਾਂ ਨੂੰ ਕਿਸੇ ਉਸਾਰੂ ਕੰਮ ਵਿੱਚ ਲਗਾਈ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਹਨਾਂ ਦੀ ਊਰਜਾ ਸਹੀ ਪਾਸੇ ਲੱਗ ਸਕੇ। ਹੱਥੀਂ ਉਪਕਰਨ ਤਿਆਰ ਕਰਨ ਦੀ ਪ੍ਰਕਿਰਿਆ ਉਪਰੋਕਤ ਉਦੇਸ਼ ਦੀ ਪੂਰਤੀ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੁੰਦੀ ਹੈ। ਹਾਂਜੀ, ਵਿਹਲੇ ਸਮੇਂ ਦਾ ਇਸ ਨਾਲ ਸਹੀ ਪ੍ਰਯੋਗ ਹੋ ਜਾਂਦਾ। ਜਦੋਂ ਉਹ ਹੱਥੀਂ ਕੁਛ ਵੀ ਪ੍ਰੋਜੈਕਟ ਬਣਾਉਂਦੇ ਹਨ ਤਾਂ ਉਹਨਾਂ ਦੀ ਊਰਜਾ ਜੋ ਹੈ ਉਹ ਵੇਸਟ ਨਹੀਂ ਆਉਂਦੀ ਅਤੇ ਸਹੀ ਕੰਮ ਵਿੱਚ ਲੱਗ ਜਾਂਦੀ ਹੈ। 10th ਪੁਆਇੰਟ ਹੀ ਮਨੋਰੰਜਕ ਮਹੱਤਵ। ਸਕੂਲੀ ਪੱਧਰ ਦੇ ਵਿਦਿਆਰਥੀ ਉਹਨਾਂ ਚੀਜ਼ਾਂ ਉੱਤੇ ਹੀ ਜ਼ਿਆਦਾ ਧਿਆਨ ਦਿੰਦੇ ਹਨ ਜਿਨ੍ਹਾਂ ਨੂੰ ਕਰਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੋਵੇ ਜਾਂ ਆਨੰਦ ਆਉਂਦਾ ਹੋਵੇ। ਆਨੰਦ ਸਿੱਖਣ ਵਿੱਚ ਸਭ ਤੋਂ ਵੱਡਾ ਪ੍ਰੇਰਕ ਹੈ। ਸੋ ਹੱਥੀਂ ਸਮਾਨ ਤਿਆਰ ਕਰਦੇ ਸਮੇਂ ਵਿਦਿਆਰਥੀਆਂ ਉੱਤੇ ਕੋਈ ਮਾਨਸਿਕ ਬੋਝ ਨਹੀਂ ਹੁੰਦਾ, ਸਗੋਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਉਹਨਾਂ ਦੇ ਸਵੈ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ, ਉਹਨਾਂ ਲਈ ਸਿੱਖਣਾ ਆਨੰਦਦਾਇਕ ਬਣ ਜਾਂਦਾ ਹੈ। ਹਾਂਜੀ, ਇਸ ਨਾਲ ਕਿ 10th ਪੁਆਇੰਟ ਜੋ ਹੈ ਮਨੋਰੰਜਕ ਮਹੱਤਵ। ਸਕੂਲੀ ਪੱਧਰ ਦੇ ਵਿਦਿਆਰਥੀ ਹਨ ਉਹਨਾਂ ਨੂੰ ਉਹਨਾਂ ਚੀਜ਼ਾਂ ਉੱਤੇ ਵੀ ਜ਼ਿਆਦਾ ਧਿਆਨ ਦਿੰਦੇ ਹਨ ਜਿਨ੍ਹਾਂ ਨੂੰ ਕਰਕੇ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਜਾਂ ਆਨੰਦ ਆਉਂਦਾ ਹੋਵੇ। ਆਨੰਦ ਜੋ ਹੈ ਸਿੱਖਣ ਵਿੱਚ ਸਭ ਤੋਂ ਵੱਡਾ ਪ੍ਰੇਰਕ ਹੈ। ਸੋ ਹੱਥੀਂ ਸਮਾਨ ਤਿਆਰ ਕਰਦੇ ਸਮੇਂ ਵਿਦਿਆਰਥੀਆਂ ਉੱਤੇ ਕੋਈ ਮਾਨਸਿਕ ਬੋਝ ਨਹੀਂ ਹੁੰਦਾ, ਸਗੋਂ ਉਹਨਾਂ ਨੂੰ ਖੁਸ਼ੀ ਮਿਲਦੀ ਹੈ, ਉਹਨਾਂ ਦੇ ਸਵੈ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ ਅਤੇ ਉਹਨਾਂ ਲਈ ਸਿੱਖਣਾ ਆਨੰਦਦਾਇਕ ਬਣ ਜਾਂਦਾ ਹੈ। ਸੋ ਇਸ ਤਰ੍ਹਾਂ ਅਸੀਂ ਅੰਤ ਵਿੱਚ ਕਹਿ ਸਕਦੇ ਹਾਂ ਸਵੈ ਨਿਰਮਿਤ ਉਪਕਰਨ ਵਿਗਿਆਨ ਦੀ ਸਿੱਖਿਆ ਵਿੱਚ ਬਹੁਤ ਮਹੱਤਵ ਰੱਖਦੇ ਹਨ। ਇਹ ਵਿਗਿਆਨਿਕ ਪਰੰਪਰਾ ਦੇ ਅਨੁਸਾਰ ਹਨ। ਇਹਨਾਂ ਦਾ ਆਰਥਿਕ, ਵਿਦਿਅਕ, ਸਮਾਜਿਕ ਅਤੇ ਮਨੋਵਿਗਿਆਨਿਕ ਮਹੱਤਵ ਹੈ। ਇਹ ਵਿਦਿਆਰਥੀਆਂ ਵਿੱਚ ਪ੍ਰਕਿਰਿਆਵਾਂ, ਹੁਨਰ, ਸਿਰਜਣਾਤਮਕਤਾ, ਵਿਗਿਆਨਿਕ ਦ੍ਰਿਸ਼ਟੀਕੋਣ ਅਤੇ ਪ੍ਰਸ਼ੰਸਾਤਮਕ ਗੁਣਾਂ ਦਾ ਵਿਕਾਸ ਕਰਨ ਦੇ ਨਾਲ ਨਾਲ ਉਹਨਾਂ ਵਿੱਚ ਕਿਰਤ ਪ੍ਰਤੀ ਸਤਿਕਾਰ ਵਰਗੇ ਮਾਨਵੀ ਗੁਣਾਂ ਦਾ ਵਿਕਾਸ ਕਰਨ ਵਿੱਚ ਸਹਾਈ ਹੁੰਦੇ ਹਨ। ਹਾਂਜੀ, ਇਹੀ ਕੁਐਸਚਨ ਆਇਆ ਸੀ ਕਿ ਕਿਸ ਤਰ੍ਹਾਂ ਸਹਾਈ ਹੁੰਦੇ ਹਨ ਵਿਗਿਆਨਿਕ ਦ੍ਰਿਸ਼ਟੀਕੋਣ ਲਈ ਜਾਂ ਵਿਗਿਆਨ ਸਿੱਖਣ ਲਈ ਵਿਦਿਆਰਥੀਆਂ ਲਈ ਕਿਸ ਤਰ੍ਹਾਂ ਇਹ ਸਹਾਈ ਹੁੰਦੇ ਹਨ। ਇਸ ਤੋਂ ਬਾਅਦ ਜੋ ਲਾਸਟ ਆਈ ਉਦਾਹਰਨਾਂ, ਇਸ ਦੀਆਂ ਇਹ ਕੁਐਸਚਨ ਇਸ ਵਾਰ ਆ ਸਕਦਾ, ਪਰ ਇਸ ਵਾਰ ਇਸ ਟੌਪਿਕ 'ਚੋਂ ਕੁਐਸਚਨ ਆਉਣਾ ਮੁਸ਼ਕਿਲ ਹੈ। ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਇਸ ਲਈ ਤੁਸੀਂ 15, 16 ਅਤੇ 17 ਨੰਬਰ ਕਲਾਸ ਦੇਖ ਲਓ, ਉਹਨਾਂ ਵਿੱਚੋਂ ਹੀ ਕੁਐਸਚਨ ਆ ਜਾਵੇਗਾ। ਤੁਹਾਨੂੰ ਪਿਛਲੀ ਵੀਡੀਓ 'ਚ ਦੱਸਿਆ ਸੀ, ਉਹ ਵੀਡੀਓਸ ਤੁਸੀਂ ਦੇਖ ਲਿਓ। ਹਾਂਜੀ, ਇਹ ਭਾਗ ਵਿਦਿਆਰਥੀਆਂ ਨੂੰ ਅਸਾਈਨਮੈਂਟ ਵਜੋਂ ਦਿੱਤਾ ਜਾਵੇ। ਹਰ ਵਿਦਿਆਰਥੀ ਘੱਟੋ ਘੱਟ 5 ਸਵੈ ਨਿਰਮਿਤ ਉਪਕਰਨ ਤਿਆਰ ਕਰੇ ਅਤੇ ਹਰ ਉਪਕਰਨ ਦਾ ਵਿਸਤਾਰ ਪ੍ਰੈਕਟੀਕਲ ਕਾਪੀ ਵਿੱਚ ਦਰਜ ਕਰੇ। ਇਸ ਵਿਸਤਾਰ ਵਿੱਚ ਹੇਠ ਲਿਖੀਆਂ ਗੱਲਾਂ ਸ਼ਾਮਿਲ ਕੀਤੀਆਂ ਜਾਣ। ਕਿਹੜੀਆਂ ਗੱਲਾਂ ਨਹੀਂ? ਉਪਕਰਨ ਜਾਂ ਸੰਕਲਪ, ਤਿਆਰ ਕਰਨ ਲਈ ਲੋੜੀਂਦੀ ਸਮੱਗਰੀ, ਨਿਰਮਾਣ ਦਾ ਤਰੀਕਾ, ਵਰਤੋਂ ਕੀ ਹੈ, ਉਪਕਰਨ ਦੀ ਸਹਾਇਤਾ ਨਾਲ ਕਿਹੜੇ ਸੰਕਲਪ ਸਮਝਾਏ ਜਾ ਸਕਦੇ ਹਨ। 5 ਨੰਬਰ ਪੁਆਇੰਟ ਉਪਕਰਨ ਦਾ ਚਿੱਤਰ। ਉਪਰੋਕਤ ਕੰਮ ਗਰੁੱਪ ਵਿੱਚ ਕੀਤਾ ਜਾ ਸਕਦਾ ਹੈ। ਅਧਿਆਪਕ 5 ਵਿਦਿਆਰਥੀਆਂ ਦੇ ਗਰੁੱਪ ਬਣਾ ਸਕਦੇ ਹਨ। ਹਰ ਗਰੁੱਪ ਵੱਲੋਂ ਬਣਾਏ ਗਏ 5 ਉਪਕਰਨ ਦੂਜੇ ਗਰੁੱਪਾਂ ਨਾਲੋਂ ਵੱਖਰੇ ਹੋਣੇ ਚਾਹੀਦੇ ਹਨ। ਬਣਾਏ ਜਾਣ ਵਾਲੇ ਉਪਕਰਨਾਂ ਦੀ ਚੋਣ ਕਰਦੇ ਸਮੇਂ ਵਿਗਿਆਨ ਦੇ ਪਾਠਕ੍ਰਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਅਧਿਆਪਕ ਇਸ ਕੰਮ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਅਤੇ ਅਗਵਾਈ ਕਰੇ। ਉਦਾਹਰਨ ਦੇ ਤੌਰ 'ਤੇ ਪਹਿਲਾਂ ਤੋਂ ਬਣਾਏ ਹੋਏ ਸਵੈ ਨਿਰਮਿਤ ਉਪਕਰਨ ਦਾ ਪ੍ਰਦਰਸ਼ਨ ਵਿਦਿਆਰਥੀਆਂ ਦੇ ਸਾਹਮਣੇ ਕਰੇ ਅਤੇ ਵਿਗਿਆਨਿਕ ਪਾਠ ਪੁਸਤਕਾਂ ਤੋਂ ਇਲਾਵਾ ਉਹਨਾਂ ਨੂੰ ਵੈਬਸਾਈਟਸ ਜਿਵੇਂ www.arvindguptatoys.com ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕਰੇ।
ਜਿਨ੍ਹਾਂ ਤੋਂ ਉਹ ਸਵੈ ਨਿਰਮਿਤ ਉਪਕਰਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਹਰ ਵਿਦਿਆਰਥੀ ਜਾਂ ਗਰੁੱਪ ਆਪਣੇ ਬਣਾਏ ਅਜਿਹੇ ਉਪਕਰਨਾਂ ਦਾ ਪ੍ਰਦਰਸ਼ਨ ਪੂਰੀ ਸ਼੍ਰੇਣੀ ਸਾਹਮਣੇ ਕਰੇ ਅਤੇ ਦੱਸੇ ਕਿ ਇਹ ਉਪਕਰਨ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਹੈ, ਕਿਹੜੀ ਸਮੱਗਰੀ ਵਰਤੀ ਗਈ ਹੈ, ਨਿਰਮਾਣ ਦੌਰਾਨ ਕਿਹੜੀਆਂ ਸਮੱਸਿਆਵਾਂ ਆਈਆਂ ਹਨ, ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ ਗਿਆ ਹੈ, ਉਪਕਰਨ ਦੀ ਵਰਤੋਂ ਨਾਲ ਕਿਹੜੇ ਸੰਕਲਪ ਪੜ੍ਹਾਏ ਜਾ ਸਕਦੇ ਹਨ, ਕਿਵੇਂ ਕਾਰਜ ਕਰਦਾ ਹੈ ਆਦਿ ਬਾਰੇ ਚਰਚਾ ਕੀਤੀ ਜਾਵੇ। ਇਸ ਦੌਰਾਨ ਹੀ ਅਧਿਆਪਕ ਵਿਦਿਆਰਥੀਆਂ ਦਾ ਮੁਲਾਂਕਣ ਵੀ ਕਰੇ। ਹਾਂਜੀ, ਜੋ ਇਸ ਦੇ ਕੀ ਹਨ ਆਪਾਂ ਪੁਆਇੰਟ ਜੋ ਪੜ੍ਹੇ ਹਨ, ਉਦਾਹਰਨਾਂ ਕੀ ਹਨ। ਪਹਿਲਾਂ 5 ਪੁਆਇੰਟ ਜੋ ਪੜ੍ਹੇ ਸਨ, ਉਪਕਰਨ ਸੰਕਲਪ। ਸੈਕਿੰਡ ਜੋ ਕੀਤਾ ਜੀ, ਤਿਆਰ ਕਰਨ ਲਈ ਲੋੜੀਂਦੀ ਕੀ ਸਮੱਗਰੀ ਹੈ, ਨਿਰਮਾਣ ਦਾ ਤਰੀਕਾ ਕੀ ਹੈ ਥਰਡ ਵਾਲਾ, ਅਤੇ ਫਿਰ ਫੋਰਥ ਹੀ ਵਰਤੋਂ ਕੀ ਹੈ ਇਸ ਦੀ, ਅਤੇ ਪੰਜਵਾਂ ਜੀ ਉਪਕਰਨ ਦਾ ਚਿੱਤਰ। ਉਪਰੋਕਤ ਕੰਮ ਜੀ ਗਰੁੱਪ ਵਿੱਚ ਵੀ ਕੀਤਾ ਜਾ ਸਕਦਾ ਹੈ। 5 ਵਿਦਿਆਰਥੀ ਅਧਿਆਪਕ ਜੋ ਹੈ ਗਰੁੱਪ ਬਣਾ ਸਕਦਾ। ਹਰ ਗਰੁੱਪ ਵੱਲੋਂ ਬਣਾਏ ਗਏ 5 ਉਪਕਰਨ ਦੂਜੇ ਗਰੁੱਪਾਂ ਨਾਲੋਂ ਵੱਖਰੇ ਹੋਣੇ ਚਾਹੀਦੇ ਹਨ। ਬਣਾਏ ਗਏ ਉਪਕਰਨਾਂ ਦੀ ਚੋਣ ਕਰਦੇ ਸਮੇਂ ਵਿਗਿਆਨ ਦੇ ਪਾਠਕ੍ਰਮ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪਾਠਕ੍ਰਮ ਦੇ ਅਨੁਸਾਰ ਹੀ ਉਪਕਰਨ ਬਣਾਉਣੇ ਚਾਹੀਦੇ ਹਨ। ਅਧਿਆਪਕ ਇਸ ਕੰਮ ਵਿੱਚ ਵਿਦਿਆਰਥੀਆਂ ਦੀ ਸਹਾਇਤਾ ਅਤੇ ਅਗਵਾਈ ਕਰੇ। ਉਦਾਹਰਨ ਦੇ ਤੌਰ 'ਤੇ ਪਹਿਲਾਂ ਤੋਂ ਬਣਾਏ ਹੋਏ ਸਵੈ ਨਿਰਮਿਤ ਉਪਕਰਨ ਦਾ ਪ੍ਰਦਰਸ਼ਨ ਵਿਦਿਆਰਥੀਆਂ ਨੂੰ ਕਰਕੇ ਅਧਿਆਪਕ ਦਿਖਾ ਸਕਦਾ ਕਿ ਐਵੇਂ ਦੇ ਪਹਿਲਾਂ ਅਧਿਆਪਕ ਨੇ ਬਣਾਏ ਹੋਏ ਹਨ। ਵਿਗਿਆਨਿਕ ਪਾਠ ਪੁਸਤਕਾਂ ਤੋਂ ਇਲਾਵਾ ਉਹਨਾਂ ਵੈਬਸਾਈਟਾਂ ਜਿਵੇਂ www.arvindgupta.toys.com ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕਰ ਸਕਦਾ। ਇਹਨਾਂ ਤੋਂ ਇਲਾਵਾ ਸਵੈ ਨਿਰਮਿਤ ਉਪਕਰਨ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਹਰ ਵਿਦਿਆਰਥੀ ਜਾਂ ਗਰੁੱਪ ਬਣਾਏ ਉਪਕਰਨਾਂ ਦਾ ਪ੍ਰਦਰਸ਼ਨ ਪੂਰੀ ਸ਼੍ਰੇਣੀ ਸਾਹਮਣੇ ਕਰੇ ਜੀ, ਅਤੇ ਉਹ ਦੱਸੇ ਕਿਹੜੀ ਸਮੱਗਰੀ ਉਹਨਾਂ ਨੇ ਵਰਤੀ ਹੈ, ਕਿਸ ਤਰ੍ਹਾਂ ਬਣਾਇਆ ਹੈ, ਅਤੇ ਉਹਨਾਂ ਨੂੰ ਕੀ ਸਮੱਸਿਆਵਾਂ ਆਈਆਂ ਹਨ ਬਣਾਉਂਦੇ ਸਮੇਂ ਉਪਕਰਨ, ਅਤੇ ਉਪਕਰਨ ਨੂੰ ਦੀ ਵਰਤੋਂ ਕਰਦੇ ਸਮੇਂ ਕਿਹੜੇ ਸੰਕਲਪ ਪੜ੍ਹਾਏ ਜਾ ਸਕਦੇ ਹਨ, ਅਤੇ ਕਿਹੜਾ ਅਜਿਹਾ ਕਾਰਜ ਕੀਤਾ ਜਾ ਸਕਦਾ ਹੈ, ਚਰਚਾ ਕੀਤੀ ਜਾਵੇ। ਇਸ ਦੌਰਾਨ ਹੀ ਅਧਿਆਪਕ ਵਿਦਿਆਰਥੀਆਂ ਦਾ ਮੁਲਾਂਕਣ ਵੀ ਕਰੇ। ਉਸ ਤੋਂ ਬਾਅਦ ਹੀ ਕੁਝ ਆਮ ਸਵੈ ਨਿਰਮਿਤ ਉਪਕਰਨਾਂ ਦੀ ਉਦਾਹਰਨਾਂ ਜੋ ਹਨ। ਨੰਬਰ 1 ਹੈ ਨਿਊਟਨ ਡਿਸਕ, ਪੈਰੀਸਕੋਪ, ਸਪਿਰਿਟ ਲੈਂਪ ਥਰਡ 'ਤੇ। ਫੋਰਥ 'ਤੇ ਕਮਾਨੀਦਾਰ ਤੁਲਾ 5 'ਤੇ ਹੀ ਬਿਜਲੀ ਸਵਿੱਚ। 6 'ਤੇ ਓਪਟੀਕਲ ਬੈਂਚ। 7 'ਤੇ ਕੈਲੀਡੋਸਕੋਪ, ਫੇਫੜਿਆਂ ਦਾ ਮਾਡਲ, ਜਵਾਲਾਮੁਖੀ ਦਾ ਮਾਡਲ, ਸਧਾਰਨ ਪੁਲੀ, ਸਧਾਰਨ ਸਟੈਥੋਸਕੋਪ, ਸਟੀਮ ਟਰਬਾਈਨ, ਟੈਲੀਸਕੋਪ, ਬਿਜਲੀ ਘੰਟੀ, ਲੈਕਟੋਮੀਟਰ ਜੋ ਦੁੱਧ ਮਾਪਣ ਵਾਲਾ ਹੁੰਦਾ ਜੀ, ਦੁੱਧ ਦੀ ਸ਼ੁੱਧਤਾ, ਪਿੰਨ ਹੋਲ ਕੈਮਰਾ, ਇਲੈਕਟ੍ਰੋਮੈਗਨੈਟ ਇਲੈਕਟ੍ਰੋਸਕੋਪ, ਬੈਰੋਮੀਟਰ ਜੋ ਹਵਾ 'ਚ ਨਮੀ ਮਾਪਣ ਵਾਲਾ ਹੁੰਦਾ ਵੈਸੇ ਘਣਤਾ, ਵਰਖਾ ਮਿਣਤੀ ਯੰਤਰ ਜੀ, ਵੱਖ-ਵੱਖ ਪਰਮਾਣੂਆਂ ਦੀ ਬਣਤਰ ਅਤੇ ਮਾਡਲ, ਵੱਖ-ਵੱਖ ਯੌਗਿਕਾਂ ਵਿੱਚ ਪਰਮਾਣੂਆਂ ਦੀ ਤਰਤੀਬ ਬਣਤਰ ਨੂੰ ਦਰਸਾਉਂਦੇ ਮਾਡਲ, ਸੋਲਰ ਸਿਸਟਮ ਦਾ ਕੋਈ ਮਾਡਲ ਬਣਾ ਸਕਦੇ ਹਨ, ਸੂਰਜੀ ਘੜੀ ਬਣਾ ਸਕਦੇ ਹਨ, ਸੈਂਟਰੀਫਿਊਗਲ ਫੋਰਸ ਨੂੰ ਦਰਸਾਉਂਦਾ ਮਾਡਲ, CD ਸਟ੍ਰੋਸਕੋਪ, ਸੂਰਜ ਧਰਤੀ ਚੰਦਰਮਾ ਦੀ ਗਤੀ ਦਾ ਮਾਡਲ, ਚੰਦਰ ਕਲਾਵਾਂ, ਸਧਾਰਨ ਸੈਕਸਟੈਂਟ, ਮਨੁੱਖੀ ਪਾਚਨ ਪ੍ਰਣਾਲੀ ਦਾ ਮਾਡਲ, ਮਨੁੱਖੀ ਕੰਨ ਦਾ ਮਾਡਲ, ਮਨੁੱਖੀ ਅੱਖ ਦਾ ਮਾਡਲ, ਨਿਊਰਨ ਦਾ ਮਾਡਲ ਹੀ, ਸੈੱਲ ਦਾ ਮਾਡਲ, DNA RNA ਕ੍ਰੋਮੋਸੋਮ ਦਾ ਮਾਡਲ, ਵੱਖ-ਵੱਖ ਜੀਵਾਣੂਆਂ ਅਤੇ ਵਿਸ਼ਾਣੂਆਂ ਦੇ ਮਾਡਲ, DC ਮੋਟਰ, ਵੱਖ-ਵੱਖ ਕਿਸਮਾਂ ਦੇ ਜਨਰੇਟਰ ਹੋ ਗਏ, ਵੱਖ-ਵੱਖ ਤਰ੍ਹਾਂ ਦੇ ਐਂਡੀ ਕਰੰਟ ਨੂੰ ਦਰਸਾਉਂਦਾ ਮਾਡਲ ਹੋ ਗਿਆ, ਚੁੰਬਕੀ ਸੂਈ ਹੋ ਗਈ, ਸਥਿਰ ਚਾਰਜ ਨੂੰ ਦਰਸਾਉਂਦਾ ਮਾਡਲ, ਬਿਜਲੀ ਪ੍ਰੇਰਨ ਨੂੰ ਦਰਸਾਉਂਦਾ ਮਾਡਲ, ਚੁੰਬਕਤਾ, ਵੱਖ-ਵੱਖ ਪਦਾਰਥ ਦੀ ਚਾਲਕਤਾ, ਸੋਲਰ ਕਾਰ, ਚੁੰਬਕੀ ਟਾਰਚ, ਸਪੂਲ ਜਨਰੇਟਰ, ਕਲਰ ਮਿਕਸਰ, LED ਟੋਰਚ, ਫੈਬਰਿਕ ਓਪਟਿਕਸ, ਪ੍ਰਕਾਸ਼ ਅਪਵਰਤਨ ਨੂੰ ਦਰਸਾਉਂਦਾ ਮਾਡਲ, ਹਾਈਡ੍ਰੋਲਿਕ ਜੈਕ, ਤਰਲ ਗਰਮ ਹੋਣ 'ਤੇ ਫੈਲਦੇ ਹਨ, ਗੈਸਾਂ ਗਰਮ ਹੋਣ 'ਤੇ ਫੈਲਦੀਆਂ ਹਨ, ਵਾਯੂਮੰਡਲੀ ਦਬਾਅ ਨੂੰ ਦਰਸਾਉਂਦਾ ਮਾਡਲ, ਜਲਣ ਲਈ ਆਕਸੀਜਨ ਦੀ ਜ਼ਰੂਰਤ ਹੈ, ਬੋਤਲ ਦੀ ਬੈਰੋਮੀਟਰ, ਬੋਤਲ ਜੈੱਟ, ਬੈਲੂਨ ਰਾਕਟ। ਇਸ ਤਰ੍ਹਾਂ ਦੇ ਹੋਰ ਕਹਿੰਦੇ ਸੈਂਕੜੇ ਮਾਡਲ ਹੋ ਸਕਦੇ ਨੇ ਜਿਹੜੇ ਸਾਡੇ ਘਰਾਂ ਅਤੇ ਆਲੇ ਦੁਆਲੇ ਵਿੱਚ ਹੀ ਉਪਲਬਧ ਸਮਾਨ ਨਾਲ ਤਿਆਰ ਹੋ ਸਕਦੇ ਹਨ। ਇਸ ਤੋਂ ਇਲਾਵਾ 6ਵੀਂ 7ਵੀਂ 8ਵੀਂ ਸ਼੍ਰੇਣੀ ਦੇ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚ ਵੀ ਬਹੁਤ ਸਾਰੇ ਉਪਕਰਨਾਂ ਅਤੇ ਕਿਰਿਆਵਾਂ ਦਾ ਵਰਣਨ ਕੀਤਾ ਗਿਆ ਹੈ। ਸੋ ਉਪਕਰਨਾਂ ਕਿਰਿਆਵਾਂ ਦੀ ਚੋਣ ਕਰਦੇ ਸਮੇਂ ਇਹਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਹਾਂਜੀ, ਇਸ ਦੇ ਨਾਲ ਹੀ ਆਪਣੀ ਇਹ 18ਵੀਂ ਕਲਾਸ ਜੋ ਹੈ 18 ਕਲਾਸ ਸਾਇੰਸ ਦੀ ਖਤਮ ਹੋ ਗਈ ਹੈ। ਇਸ ਤੋਂ ਬਾਅਦ ਆਪਣਾ ਬਸ ਚੌਥਾ ਯੂਨਿਟ ਹੀ ਬਚਿਆ ਹੈ, ਜਿਸ ਦੀਆਂ ਹੀ 19 ਤੋਂ ਲੈ ਕੇ 23 ਤੱਕ ਕਲਾਸਾਂ ਬਣਨਗੀਆਂ, 22 23 ਤੱਕ। ਉਸ ਤੋਂ ਬਾਅਦ ਤੁਹਾਨੂੰ ਇਹ ਮੈਂ ਜੋ ਪਿਛਲੀ ਵਾਰ ਆਇਆ ਹੋਇਆ ਪੇਪਰ ਹੈ ਉਹ ਪੂਰਾ ਫੁੱਲ ਸੋਲਵਡ ਕਰਾ ਕੇ ਦੱਸ ਦੇਵਾਂਗਾ। ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਹੀ ਸ਼ੇਅਰ ਕਰਾ ਦਿਓ, ਵੀਡੀਓਜ਼ ਨੂੰ ਲਾਈਕ ਕਰੋ, ਕਮੈਂਟ ਕਰੋ।
कोई चीज़ की नहीं समझ लगती तो कमेंट कर सकते हो। थैंक यू जी।